ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੁਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਬੰਦਾ ਬਾਰ ਬਾਰ ਜਗਤੀਸਾ। ਗੁਰੂ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਦਰ ਪਰ ਦਰ ਕਰ ਮਾਥ, ਜੁਗਲ ਚਰਨ ਮਮ ਬੰਦਨਾ। ਦਰ ਪਰ ਦਰ ਕਰ ਮਾਥ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ। ਮਾਲਕ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਸੰਧਿਆ ਦੇ ਸਮੇਂ ਦੀਵਾਨਾ ਅੰਦਰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਬ ਸਤਿਕਾਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਪ੍ਰਸੰਗ ਦੇ ਵਿੱਚੋਂ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਸ਼ਰਵਣ ਕਰ ਰਹੇ ਸੀ ਕਿ ਬਾਬਾ ਅਮਰਦਾਸ ਜੀ ਦੀ ਦੱਸੀ ਹੋਈ ਜੁਗਤੀ ਦੇ ਮੁਤਾਬਕ, ਦੱਸੇ ਹੋਏ ਉਪਦੇਸ਼ ਦੇ ਮੁਤਾਬਕ ਪਿੰਡ ਵਾਲੇ ਲੋਕਾਂ ਨੇ ਤਪੇ ਸ਼ਿਵਨਾਭ ਨੂੰ ਆਪਣੇ ਨਾਲ ਆਪਣੇ ਖੇਤਾਂ ਵਿੱਚ ਜਾਣ ਲਈ ਕਿਹਾ। ਪਹਿਲਾਂ ਉਹ ਸੋਚਦਾ ਏ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਮੈਂ ਇਹਨਾਂ ਦੇ ਖੇਤਾਂ ਵਿੱਚ ਜਾਵਾਂਗਾ ਤੇ ਮੀਂਹ ਪਵੇਗਾ। ਜਿਸ ਟਾਈਮ ਦੇ ਉੱਤੇ ਪਿੰਡ ਵਾਲਿਆਂ ਜ਼ਿਆਦਾ ਜ਼ੋਰ ਦਿੱਤਾ, ਉਹ ਕਹਿੰਦਾ ਠੀਕ ਹੈ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ। ਆਪਣੀ ਗੱਦੀ ਨੂੰ ਛੱਡ ਕਰਕੇ, ਆਪਣੇ ਡੇਰੇ ਨੂੰ ਛੱਡ ਕਰਕੇ ਜਦੋਂ
ਨਗਰ ਦੇ ਲੋਕਾਂ ਦੇ ਨਾਲ ਇਹ ਆਪਣੇ ਡੇਰੇ ਤੋਂ ਬਾਹਰ ਆਉਂਦਾ ਏ। ਕਵੀ ਜੀ ਕਹਿੰਦੇ ਨੇ ਕਿ ਉਸ ਟਾਈਮ ਦੇ ਉੱਤੇ ਬੱਦਲ ਆਉਂਦੇ, ਵਰਖਾ ਆਉਣੀ ਸ਼ੁਰੂ ਹੁੰਦੀ ਹੈ। ਹੁਣ ਕਹਿ ਰਹੇ ਨੇ ਕਿ ਭਾਵ ਪਹਿਲਾਂ ਇੱਕ ਕਿਸਾਨ ਦੇ ਖੇਤ ਵਿੱਚ ਜਾਂਦੇ ਨੇ, ਫਿਰ ਦੂਜੇ ਦੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਦੇ ਮੁਤਾਬਿਕ ਜੋ ਬਚਨ ਉਹਨਾਂ ਕਹੇ ਸਨ, ਭਾਈ ਦਿਨ ਥੋਥੋਂ ਥੋੜ੍ਹਾ ਏ, ਭਾਵ ਕਿ ਦਿਨ ਦਾ ਹੁਣ ਰਾਤ ਹੋਣ ਵਾਲੀ ਹੈ, ਬਾਹਲਾ ਟਾਈਮ ਨਹੀਂ ਹੈ ਤੁਹਾਡੇ ਪਾਸ। ਇਸ ਕਰਕੇ ਤੁਸੀਂ ਜੇਕਰ ਇਹ ਰਹਿੰਦੇ ਹੋਏ ਦਿਨ ਦੇ ਵਿੱਚ ਜਿੱਥੇ ਜਿੱਥੇ ਤਪੇ ਨੂੰ ਲੈ ਜਾਵੋਗੇ, ਉੱਥੇ ਉੱਥੇ ਵਰਖਾ ਹੋਵੇਗੀ, ਮੀਂਹ ਪਵੇਗਾ। ਹੁਣ ਇਹਨਾਂ ਦੇ ਵਿੱਚ ਆਪੋ ਵਿੱਚ ਖਿੱਚਾ ਤਾਣ ਲੱਗ ਗਈ ਹੈ। ਕੋਈ ਤਪੇ ਦੀ ਬਾਂਹ ਨੂੰ ਫੜ ਕੇ ਆਪਣੇ ਵੱਲ ਖਿੱਚਦਾ ਏ, ਦੂਸਰੇ ਆਪਣੇ ਵੱਲ ਖਿੱਚਦੇ ਨੇ। ਕਹਿੰਦੇ ਇਹ ਜ਼ੋਰ ਬਥੇਰਾ ਲਾਉਂਦਾ ਏ, ਇਹਦੀ ਮੰਨਦਾ ਕੋਈ ਨਹੀਂ। ਗੁੱਸੇ ਦੇ ਵਿੱਚ ਉਹਨਾਂ ਨੂੰ ਬੋਲ ਕਬੋਲ ਵੀ ਇਹਨੇ ਬੜੇ ਬੋਲੇ, ਕਹਿੰਦੇ ਮੰਨਦਾ ਨਹੀਂ। ਹੁਣ ਅੰਤ ਵਿੱਚ ਕਹਿੰਦੇ ਕਿ ਇਹਨੂੰ ਘਸੀਟਣਾ ਸ਼ੁਰੂ ਕਰ ਦਿੰਦੇ ਨੇ ਜ਼ਮੀਨ ਤੇ। ਜਦੋਂ ਬੋਲਣ ਤੋਂ ਵੀ ਰਹਿ ਜਾਂਦਾ ਏ, ਚੱਲਣ ਤੋਂ ਵੀ ਰਹਿ ਜਾਂਦਾ ਏ, ਇਹਦੀਆਂ ਬਾਹਾਂ ਤੋਂ ਫੜ ਕੇ ਕਹਿੰਦੇ ਇਹਨੂੰ ਘਸੀਟਣਾ ਸ਼ੁਰੂ ਕਰ ਦਿੰਦੇ ਨੇ। ਘਸੀਟਦਿਆਂ ਇੱਕ ਦੂਜੇ ਵੱਲ ਖਿੱਚਦਿਆਂ ਕਹਿੰਦੇ ਨੇ ਇਹਦੀਆਂ ਬਾਹਾਂ ਤੱਕ ਟੁੱਟ ਜਾਂਦੀਆਂ, ਨਿਕਲ ਜਾਂਦੀਆਂ ਨੇ। ਭਾਵ ਹੁਣ ਕਿਸੇ ਨੂੰ ਅਸੀਂ ਬਾਹਾਂ ਤੋਂ ਇੰਨਾ ਖਿੱਚਾਂਗੇ ਤੇ ਉਹਦੀਆਂ ਲੱਤਾਂ ਬਾਹਾਂ ਤੇ ਟੁੱਟੇਗੀਆਂ ਨਾ। ਕਹਿੰਦੇ ਕਿ ਉਸ ਟਾਈਮ ਦੇ ਉੱਤੇ ਜਦੋਂ ਇਹਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਤਾਂ ਇਹਨੇ ਆਖਿਆ, ਕਹਿੰਦਾ ਕਿ ਹੁਣ ਮਾਰ ਕੇ ਸਾਹ ਲਵੋਗੇ। ਪਿੰਡ ਵਾਲੇ ਕਹਿਣ ਲੱਗੇ ਜੇ ਇੱਕ ਦੇ ਮਰਨ ਦੇ ਨਾਲ ਪਿੰਡ ਸੁਖੀ ਵਸਦਾ ਹੋਵੇ ਤੇ ਉਹ ਕੋਈ ਵੱਡੀ ਗੱਲ ਨਹੀਂ, ਮਰ ਜਾਣਾ ਚਾਹੀਦਾ ਏ ਉਹਨੂੰ। ਇਸ ਤਰ੍ਹਾਂ ਇਹਦੀ ਮੌਤ ਹੋ ਗਈ। ਕਹਿੰਦੇ ਕਿ ਉਸ ਥਾਂ ਦੇ ਉੱਤੇ ਇਸ ਤਰ੍ਹਾਂ ਦੀ ਇਹਨੂੰ ਮੌਤ ਆਈ ਹੈ। ਆਓ ਅਗਲੇ ਵਿਚਾਰ ਕਵੀ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਝੂਠੋ ਹੁਤ ਫੁਰੀ ਨਹਿ ਬਾਨੀ, ਗੁਰਦਾਸਨ ਕਹਿ ਦੀਨ ਸੁਪਾਨੀ। ਹੁਣ ਪਿੰਡ ਵਾਲੇ ਕਹਿੰਦੇ ਨੇ ਕਿ ਜਿਸ ਟਾਈਮ ਦੇ ਉੱਤੇ ਦੀ ਮੌਤ ਹੋਈ, ਸਾਰੇ ਪਿੰਡ ਵਾਲੇ ਇਹ ਜਿੰਨੇ ਵੀ ਇੱਥੇ ਇਕੱਠੇ ਹੋਏ ਸਨ, ਕਹਿੰਦੇ ਇਹ ਝੂਠਾ ਸੀ। ਜੇ ਸੱਚਾ ਹੁੰਦਾ, ਵਾਕਿਆ ਹੀ ਇਹ ਸਾਧ ਹੁੰਦਾ ਜਾਂ ਤਪਸਵੀ ਹੁੰਦਾ, ਇਹਦੇ ਪਾਸ ਕੋਈ ਅਜ਼ਮਤ ਹੁੰਦੀ ਤੇ ਜੋ ਗੱਲ ਇਹਨੇ ਕਹੀ ਸੀ ਇਹਦੀ ਗੱਲ ਝੂਠੀ ਨਹੀਂ ਸੀ ਹੋਣੀ। ਇਹਦੇ ਪਾਸ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਰਾਮਾਤ ਨਹੀਂ, ਕੋਈ ਵੀ ਸ਼ਕਤੀ ਨਹੀਂ, ਜਾਂ ਇਉਂ ਕਹਿ ਲਓ ਕਿ ਇਹ ਬਚਨਾਂ ਦਾ ਹੀ ਝੂਠਾ ਹੈ ਕਿ ਲਾਰੇ ਦੇ ਵਿੱਚ ਸਾਰਿਆਂ ਨੂੰ ਰੱਖਿਆ। ਇਸ ਕਰਕੇ ਗੁਰਦਾਸਨ ਕਹਿ ਦੀਨ ਸੁਪਾਨੀ, ਗੁਰੂ ਦੇ ਦਾਸ ਨੇ ਭਾਵ ਬਾਬਾ ਅਮਰਦਾਸ ਜੀ ਨੇ ਜਿੰਨੇ ਕੁ ਬਚਨ ਕਹੇ, ਜ਼ਿਆਦਾ ਉਹਨਾਂ ਨੇ ਬਚਨ ਨਹੀਂ ਕਹੇ, ਪਰ ਜਿੰਨੇ ਕੁ ਕਹੇ ਕਹਿੰਦੇ ਕਿ ਉਹਨਾਂ ਦੇ ਬਚਨਾਂ ਦੇ ਵਿੱਚ ਦਮ ਸੀ, ਸਚਾਈ ਸੀ। ਉਹਨਾਂ ਦੇ ਬਚਨ ਪੂਰੇ ਹੋਏ। ਜਿਵੇਂ ਉਹਨਾਂ ਨੇ ਬੇਨਤੀ ਕੀਤੀ, ਜਿਵੇਂ ਉਹਨਾਂ ਨੇ ਕਹਿਣਾ ਕੀਤਾ, ਕਹਿੰਦੇ ਉਸੇ ਤਰ੍ਹਾਂ ਅਸੀਂ ਕੀਤਾ। ਤੇ ਦੀਨ ਸੁਪਾਨੀ ਉਹਨਾਂ ਦੇ ਬਚਨਾਂ ਦੇ ਸਦਕਾ ਹੀ ਅੱਜ ਸਾਰੀਆਂ ਪੈਲੀਆਂ ਨੂੰ, ਸਾਡੇ ਖੇਤਾਂ ਨੂੰ ਪਾਣੀ ਮਿਲਿਆ ਹੈ। ਹੋਤ ਭੌਰ ਸ਼੍ਰੀ ਅੰਗਦ ਆਨੋਹ, ਨਿਜ ਅਪਰਾਧ ਛਿਪਾਵਨ ਠਾਨੋਹ। ਹੁਣ ਜਿਸ ਟਾਈਮ ਦੇ ਉੱਤੇ ਇਹ ਸਾਰੇ ਪਿੰਡ ਵਾਲੇ ਬਾਬਾ ਅਮਰਦਾਸ ਜੀ ਦੇ ਪਾਸ ਚੱਲ ਕਰਕੇ ਆਉਂਦੇ ਨੇ ਨਗਰ ਦੇ ਵਿੱਚ, ਕਹਿੰਦੇ ਜੀ ਵਾਕਈ ਤੁਹਾਡੀ ਗੱਲ ਸੱਚ ਹੋਈ, ਤੁਹਾਡੇ ਬਚਨ ਸੱਚ ਹੋਏ। ਬਾਬਾ ਅਮਰਦਾਸ ਜੀ ਕਹਿ ਰਹੇ ਨੇ ਹੋਤ ਭੌਰ ਸ਼੍ਰੀ ਅੰਗਦ ਆਨੋਹ। ਭਾਈ ਹੁਣ ਤੁਸੀਂ ਇਉਂ ਕਰੋ, ਭੌਰ ਕਹਿੰਦੇ ਨੇ ਸਵੇਰ ਨੂੰ, ਕਿ ਸਵੇਰ ਹੁੰਦਿਆਂ ਸਾਰ ਹੀ ਤੁਸੀਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਪਾਸ ਜਾਓ। ਨਿਧ ਅਪਰਾਧ ਛਿਪਾਵਨ ਠਾਨੋਹ। ਜਿਹੜਾ ਅਪਰਾਧ ਕੀਤਾ ਤੁਸੀਂ, ਭਾਰੀ ਗੁਨਾਹ ਕੀਤਾ ਤੁਸੀਂ, ਪਾਪ ਕੀਤਾ ਤੁਸੀਂ, ਉਹ ਪਾਪ ਨੂੰ ਤੁਸੀਂ ਬਖਸ਼ਾ ਸਕਦੇ ਜੇ। ਸਤਿਗੁਰੂ ਜੀ ਦੇ ਪਾਸ ਜਾ ਕੇ ਮੁਆਫੀ ਮੰਗ ਲਵੋ ਕਿ ਲਾਲਚ ਦੇ ਅਧੀਨ, ਲਾਲਚ ਦੇ ਵਸ ਵਿੱਚ ਆ ਕੇ, ਤਪੇ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਹਾਨੂੰ ਅਸੀਂ ਮਾੜਾ ਚੰਗਾ ਕਿਹਾ, ਨਗਰ ਦੇ ਵਿੱਚੋਂ ਤੁਹਾਨੂੰ ਅਸੀਂ ਬਾਹਰ ਕੱਢ ਦਿੱਤਾ,
ਇਸ ਕਰਕੇ ਬਾਬਾ ਅਮਰਦਾਸ ਜੀ ਕਹਿੰਦੇ, ਭਾਈ ਸਵੇਰ ਹੁੰਦਿਆਂ ਹੀ ਤੁਸੀਂ ਗੁਰੂ ਸਾਹਿਬ ਜੀ ਦੇ ਪਾਸ ਜਾਣਾ ਕਰੋ। ਏਮ ਸ਼੍ਰੀ ਅਮਰਦਾਸ ਤਹਿ ਕਰਕੇ ਗਮਨਿਓ ਗੁਰਦਿਸ ਪ੍ਰੀਤ ਸੁਧਰ ਕੇ। ਇਸ ਤਰ੍ਹਾਂ ਬਚਨ ਕਹਿ ਕਰਕੇ ਬਾਬਾ ਅਮਰਦਾਸ ਜੀ ਮਨ ਦੇ ਵਿੱਚ ਅਥਾਹ ਸ਼ਰਧਾ, ਪ੍ਰੇਮ, ਪਿਆਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਲਈ ਧਰ ਕੇ ਕਹਿੰਦੇ ਨੇ, ਪਰਮ ਪ੍ਰਸੰਨ ਹਿਰਦੈ ਹੋਏ ਗਇਓ, ਪ੍ਰਾਪਤ ਡੇਰੇ ਮਹਿ ਚੱਲ ਭਇਓ। ਜਿੱਥੇ ਸਤਿਗੁਰੂ ਜੀ ਦਾ ਡੇਰਾ ਹੈ, ਮਹਾਰਾਜ ਜੀ ਦਾ ਜਿੱਥੇ ਅਸਥਾਨ ਹੈ, ਹਜ਼ੂਰ ਜੀ ਜਿਸ ਜਗ੍ਹਾ ਤੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ, ਕਹਿੰਦੇ ਬਾਬਾ ਅਮਰਦਾਸ ਜੀ ਉਸ ਪਾਸੇ ਨੂੰ ਹੁਣ ਜਾਣਾ ਕਰ ਰਹੇ ਨੇ। ਗੁਰ ਕੋ ਜਾਈ ਬੰਦਨਾ ਕੀਨਸ, ਪ੍ਰਿਸ਼ਟ ਫੇਰ ਬੈਠੇ ਚਿਤ ਚੀਨਸ। ਹੁਣ ਜਿਸ ਵਕਤ ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਪਾਸ ਗਏ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਗੁਰਮਤ ਦੇ ਵਿੱਚ ਰੱਬੀ ਕਾਨੂੰਨ, ਰੱਬੀ ਹੁਕਮ ਤੋਂ ਉਲਟ ਕੋਈ ਵੀ ਕਾਰਜ ਕਰਨਾ ਉਹਨੂੰ ਕਰਾਮਾਤ ਕਿਹਾ ਜਾਂਦਾ ਹੈ। ਤੇ ਗੁਰਮਤ ਦੇ ਵਿੱਚ ਕਰਾਮਾਤ ਦੀ ਕੋਈ ਅਹਿਮੀਅਤ ਨਹੀਂ ਹੈ, ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਰਾਮ ਰਾਏ ਵਰਗੇ ਉਹਨਾਂ ਨੂੰ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ, ਭਾਈ ਸਾਡੇ ਮੂੰਹ ਲੱਗਣ ਦੀ ਲੋੜ ਨਹੀਂ, ਭਾਵੇਂ ਕਿ ਤੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਪੰਕਤੀ ਨੂੰ ਬਦਲਿਆ, ਤਬਦੀਲ ਕੀਤਾ ਹੈ। ਇੱਥੇ ਹੁਣ ਕਵੀ ਜੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਅਥਾਹ ਸ਼ਰਧਾ ਤੇ ਪ੍ਰੇਮ ਧਰ ਕੇ ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਪਾਸ ਜਾਂਦੇ ਤੇ ਹਨ। ਕਹਿੰਦੇ ਜਾ ਕੇ ਨਮਸਕਾਰ ਵੀ ਕਰਦੇ ਨੇ, ਸਿਜਦਾ ਵੀ ਕਰਦੇ ਨੇ, ਪਰ ਹਜ਼ੂਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਪ੍ਰਿਸ਼ਟ ਫੇਰ ਬੈਠੇ ਚਿਤ ਚੀਨਸ। ਹਜ਼ੂਰ ਜੀ ਨੇ ਬਾਬਾ ਅਮਰਦਾਸ ਜੀ ਦੇ ਨਾਲ ਅਜੇ ਤੱਕ ਕੋਈ ਗੱਲ ਨਹੀਂ ਕੀਤੀ, ਕੋਈ ਵੀ ਬਚਨ ਨਹੀਂ ਕੀਤੇ। ਪਰਮ ਪ੍ਰਸੰਨ ਹਿਰਦੈ ਹੋਏ ਗਇਓ, ਅਜ਼ਮਤ ਕਰੀ ਦਿਖਾਵਨ ਜਾਨੀ, ਨਹਿ ਨੀਕੀ ਸ਼੍ਰੀ ਅੰਗਦ ਮਾਨੀ। ਕਵੀ ਜੀ ਕਹਿ ਰਹੇ ਨੇ ਕਿ ਬਾਬਾ ਅਮਰਦਾਸ ਜੀ ਨੇ ਅਜ਼ਮਤ ਕਹਿੰਦੇ ਨੇ ਕਰਾਮਾਤ ਨੂੰ, ਕਿ ਰੱਬੀ ਕਾਨੂੰਨ, ਰੱਬੀ ਹੁਕਮ ਨੂੰ ਉਸ ਦੀ ਉਲੰਘਣਾ ਕਰਨੀ, ਉਹਦੇ ਵਿੱਚ ਦਖਲ ਅੰਦਾਜ਼ੀ ਕਰਨੀ। ਭਾਵੇਂ ਕਿ ਬਾਬਾ ਅਮਰਦਾਸ ਜੀ ਨੇ ਅਜੇ ਕੋਈ ਵੀ ਗੱਲ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ, ਪਰ ਹਾਂ ਗੁਰੂ ਅੰਤਰਜਾਮੀ ਹੈ, ਗੁਰੂ ਤੇ ਅੰਦਰ ਦੀ ਗੱਲ ਨੂੰ ਜਾਣਨ ਵਾਲਾ ਹੈ। ਹਰ ਪਲ ਦੇ ਵਿੱਚ ਹਰੇਕ ਦੇ ਦਿਲ ਦੀ ਜਾਣਨ ਵਾਲੇ ਨੇ। ਇਸ ਕਰਕੇ ਕਹਿੰਦੇ ਅਜ਼ਮਤ ਕਰੀ ਦਿਖਾਵਨ ਜਾਨੀ, ਕਿ ਬਾਬਾ ਅਮਰਦਾਸ ਜੀ ਨੇ ਅਜ਼ਮਤ ਕੀਤੀ, ਭਾਵ ਕਿ ਇਹ ਕਰਾਮਾਤ ਦਿਖਾਈ ਹੈ। ਸਤਿਗੁਰੂ ਜੀ ਨੇ ਇਹ ਜਾਣ ਲਿਆ ਹੈ, ਨਹਿ ਨੀਕੀ ਸ਼੍ਰੀ ਅੰਗਦ ਮਾਨੀ। ਹੁਣ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਹ ਜੇ ਗੱਲ ਕੀਤੀ, ਭਾਵ ਕਿ ਇਹ ਕਰਾਮਾਤ ਜੋ ਕੀਤੀ, ਇਹ ਚੰਗਾ ਨਹੀਂ ਸਮਝਿਆ ਕਿ ਕਾਦਰ ਦੀ ਕੁਦਰਤ ਦੇ ਵਿੱਚ ਦਖਲ ਅੰਦਾਜ਼ੀ ਕਰਨੀ ਕੋਈ ਚੰਗੀ ਗੱਲ ਨਹੀਂ ਹੈ। ਸਿਜਾ ਅਜਰ ਜਰਨ ਕੀ ਦੇਨ, ਸਿੱਖ ਔਰ ਸਮਤਾ ਨਿਜ ਕਰ ਲੈਨ। ਕਵੀ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਤੇ ਸਦਾ ਹੀ ਆਪਣੇ ਸਿੱਖ ਨੂੰ, ਸਿਜਾ ਕਹਿੰਦੇ ਨੇ ਸਿੱਖ ਨੂੰ, ਕਿ ਗੁਰੂ ਪਾਤਸ਼ਾਹ ਜੀ ਤੇ ਹਮੇਸ਼ਾ ਇਹ ਕਹਿੰਦੇ ਨੇ ਅਜਰ ਜਰਨ ਕੀ ਦੇਨ, ਕਿ ਨਾ ਜਰੇ ਜਾਣ ਵਾਲੇ ਕੰਮ ਨੂੰ ਵੀ ਭਾਈ ਜਰਨਾ ਪੈਣਾ ਹੈ। ਭਾਵ ਕਿ ਜੋ ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ ਤੱਕ ਇਨਸਾਨ ਦੀ ਪਹੁੰਚ ਥੋੜੀ ਹੈ। ਜੋ ਅਕਾਲ ਪੁਰਖ ਕਰਦਾ ਹੈ ਕਿ ਇਨਸਾਨ ਉਹਨੂੰ ਤਬਦੀਲ ਕਰ ਸਕਦਾ ਹੈ, ਕਿ ਆਮ ਇਨਸਾਨ ਕਰਤੇ ਪੁਰਖ ਦੀ ਕਹੀ ਹੋਈ ਜਾਂ ਜੋ ਹੋ ਰਿਹਾ ਹੈ ਸੰਸਾਰ ਦੇ ਉੱਤੇ, ਉਹਨੂੰ ਤਬਦੀਲ ਨਹੀਂ ਕੋਈ ਕਰ ਸਕਦਾ। ਕਿਉਂ? ਕਿਉਂਕਿ ਆਪਾਂ ਪੜ੍ਹਦੇ ਹਾਂ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਕਹਿੰਦੇ ਜਿਵੇਂ ਕਰਤੇ ਪੁਰਖ ਅਕਾਲ ਪੁਰਖ ਪਰਮਾਤਮਾ ਜੀ ਨੂੰ ਚੰਗਾ ਲੱਗਦਾ ਏ, ਉਹੀ ਹੁੰਦਾ ਏ। ਹੋ ਭਾਵੇਂ ਇਨਸਾਨ ਦੇ ਲਈ ਉਹ ਕਿਸੇ ਟਾਈਮ ਦੇ ਉੱਤੇ ਇਨਸਾਨ ਇਉਂ ਸਮਝਦਾ ਹੈ ਕਿ ਸ਼ਾਇਦ ਇਹ ਮੇਰੇ ਨਾਲ ਇਹ ਵਾਕਿਆ ਹੋਇਆ, ਇਹ ਮੇਰੇ ਨਾਲ ਹੋਇਆ, ਇਹ ਮਾੜਾ ਹੋਇਆ ਹੈ। ਕਹਿੰਦੇ ਪਰ ਇਹ ਤੇ ਅਕਾਲ ਪੁਰਖ ਨੂੰ ਪਤਾ ਹੈ ਚੰਗਾ ਹੋਇਆ ਜਾਂ ਮਾੜਾ ਹੋਇਆ।
ਇਨਸਾਨ ਆਪਣੇ ਦਿਮਾਗੀ ਭਾਵ ਕਿ ਆਪਣੀ ਤਾਕਤ, ਆਪਣੀ ਸੋਚ ਦੇ ਮੁਤਾਬਕ ਇਹ ਸੋਚਦਾ ਹੈ ਕਿ ਮੇਰੇ ਨਾਲ ਮਾੜਾ ਕੀਤਾ ਰੱਬ ਨੇ। ਹਜ਼ੂਰ ਜੀ ਕਹਿੰਦੇ ਨੇ ਕਿ ਇਸ ਕਰਕੇ ਕਿ ਗੁਰੂ ਸਾਹਿਬ ਜੀ ਤੇ ਹਰੇਕ ਗੱਲ ਨੂੰ ਮਹਾਨ ਕਰਕੇ ਭਾਵ ਕਿ ਸਿੱਖ ਨੂੰ ਇਹ ਹਦਾਇਤ ਕਰਦੇ ਨੇ, ਭਾਈ ਤੂੰ ਉਸ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਰਹਿ। ਆ ਜਰ ਜਰਨ ਕੀ ਦੇਨ, ਗੁਰੂ ਸਾਹਿਬ ਜੀ ਤੇ ਨਾ ਜਰੇ ਜਾਣ ਵਾਲੀ ਵੀ ਗੱਲ ਨੂੰ ਜਰਨ ਦੀ ਸਿੱਖਿਆ ਦਿੰਦੇ ਨੇ। ਸਿੱਖ ਔਰ ਸਮਤਾ ਨਿਜ ਕਰ ਲੈਣ, ਕਹਿੰਦੇ ਨੇ ਕਿ ਸਿੱਖ ਨੂੰ ਇਹ ਸਿੱਖਿਆ ਦਿੰਦੇ ਨੇ, ਭਾਈ ਅਕਾਲ ਪੁਰਖ ਪ੍ਰਮਾਤਮਾ ਦੇ ਭਾਣੇ ਨੂੰ ਹਮੇਸ਼ਾ ਹੀ ਜਰਨ ਦੇ ਵਿੱਚ ਹੀ ਭਲਾ ਹੈ, ਹਮੇਸ਼ਾ ਹੀ ਉਹਦੀ ਰਜ਼ਾ ਦੇ ਰਹਿਣ ਵਿੱਚ ਹੀ ਭਲਾ ਹੈ। ਪ੍ਰੇਸ਼ਟ ਦਏ ਫੇਰੈ ਗੁਰ ਸੁਆਮੀ, ਸਰਬ ਵਾਰਤਾ ਅੰਤਰ ਜਾਮੀ। ਸਰਬ ਵਾਰਤਾ ਭਾਵ ਕਿ ਸਾਰੀ ਵਾਰਤਾ ਨੂੰ ਜਾਣਨ ਵਾਲੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅਜੇ ਵੀ ਉਸ ਜਗ੍ਹਾ ਤੇ ਬੈਠੇ ਹੋਏ ਨੇ। ਪੇਖ ਸ਼੍ਰੀ ਅਮਰਤ ਉੱਤੇ ਇਸ ਗਾਇਓ, ਨਿੰਮ ਬੰਦ ਕਰ ਇਸ ਥਿਤ ਭਾਇਓ। ਕਹਿੰਦੇ ਇਹ ਵੇਖ ਕੇ ਬਾਬਾ ਅਮਰਦਾਸ ਜੀ ਕਹਿ ਰਹੇ ਨੇ ਕਿ ਭਾਵ ਕਿ ਹੁਣ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੁਆਫੀ ਮੰਗ ਲੈਣੀ ਚੰਗੀ ਗੱਲ ਹੈ। ਭਾਵ ਕਿ ਜੋ ਮੈਂ ਕਾਰਜ, ਜਿਵੇਂ ਇਹ ਕਾਰਜ ਕੀਤਾ ਹੈ, ਗੁਰੂ ਸਾਹਿਬ ਜੀ ਨੂੰ ਕਹਿੰਦੇ ਇਹ ਪ੍ਰਸੰਨ ਭਾਵ ਕਿ ਚੰਗਾ ਨਹੀਂ ਲੱਗਾ, ਇਹ ਪ੍ਰਸੰਨ ਨਹੀਂ ਹੋਏ ਮੇਰੇ ਇਸ ਕਾਰਜ ਤੋਂ। ਨੰਦ ਬੇਂਦ ਕਰ ਇਸ ਥਿਰ ਭਾਇਓ, ਕਹਿੰਦੇ ਨੇ ਕਿ ਜੋ ਉਹਨਾਂ ਦੇ ਨੈਣ ਸਨ, ਅੱਖਾਂ ਸਨ, ਕਹਿੰਦੇ ਨੇ ਕਿ ਉਹ ਨਮ ਹੋ ਗਈਆਂ ਨੇ। ਭਾਵ ਕਿ ਉਹ ਸੋਚ ਰਹੇ ਨੇ ਕਿ ਇਹ ਗੱਲ ਗਲਤ ਲੱਗਦੀ ਹੈ। ਲੱਜਾ ਕਰੇ ਸੋ ਨੇਤਰ ਨਿਵਾਏ, ਚਿਤ ਮਹਿ ਦੁਚਤਾਈ ਉਪਜਾਏ। ਕਹਿੰਦੇ ਕਿ ਲੱਜਾ ਆਈ, ਮਨ ਦੇ ਵਿੱਚ ਥੋੜਾ ਜਿਹਾ ਇਹ ਆਇਆ ਕਿ ਇਸ ਕਾਰਜ ਨੂੰ ਕਰਨ ਤੋਂ ਪਹਿਲਾਂ ਜੇਕਰ ਮੈਂ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਹੀ ਲੈਂਦਾ ਤੇ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੈਂ ਜਾਣ ਹੀ ਲੈਂਦਾ ਤੇ ਕੀ ਸਿੱਖਿਆ ਦਿੰਦੇ ਨੇ। ਕਹਿੰਦੇ ਸੋ ਨੇਤਰ ਨਿਵਾਏ, ਪਾਤਸ਼ਾਹ ਜੀ ਨੇ, ਬਾਬਾ ਅਮਰਦਾਸ ਜੀ ਨੇ ਆਪਣੇ ਨੇਤਰ ਜਿਹੜੇ ਨੇ, ਅੱਖਾਂ ਜਿਹੜੀਆਂ ਨੇ, ਮੂੰਹ ਜਿਹੜਾ ਹੈ, ਕਹਿੰਦੇ ਉਹ ਥੱਲੇ ਕਰ ਲਿਆ ਹੈ। ਮਨ ਮੈਂ ਹੈ ਜੋ ਚਚਾਈ ਉਪਜਾਏ, ਮਨ ਦੇ ਵਿੱਚ ਕਹਿੰਦੇ ਨੇ ਹੁਣ ਇਸ ਭਾਵ ਕਿ ਇਹ ਚਿੰਤਾ ਉਤਪਨ ਹੋ ਗਈ ਹੈ, ਚਿੰਤਾ ਪੈਦਾ ਹੋ ਗਈ ਹੈ। ਤ੍ਰਿਤੀ ਦਿਸ਼ਾ ਪੁਨ ਆਨਨ ਫੇਰਿਓ, ਆਪਨ ਦਾਸ ਕੋ ਨਹਿ ਨਹੇਰਿਓ। ਹੁਣ ਤੀਜੇ ਵਾਰ ਸਤਿਗੁਰੂ ਜੀ ਪਾਤਸ਼ਾਹ ਜੀ ਫਿਰ ਇਹ ਕੋਸ਼ਿਸ਼ ਕਰ ਰਹੇ ਨੇ ਕਿ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕੁਝ ਬਚਨ ਕਹਿਣ, ਕੋਈ ਉਪਦੇਸ਼ ਮੈਨੂੰ ਦੇਣ। ਕਹਿੰਦੇ ਨੇ ਆਪਨ ਦਾਸ ਕੋ ਨਹਿ ਨਹੇਰਿਓ, ਕਿ ਆਪਣੇ ਦਾਸ ਨੂੰ, ਆਪਣੇ ਸੇਵਕ ਨੂੰ ਤੱਕਿਆ ਜਾਵੇ ਉਹਨਾਂ ਵੱਲੋਂ, ਭਾਵ ਕਿ ਉਹਨਾਂ ਵੱਲੋਂ ਮੇਰੇ ਵੱਲ, ਸਾਡੇ ਵੱਲ ਵੇਖਿਆ ਜਾਵੇ। ਸਖਤ ਜਨਾਵਨ ਕੇ ਅਪਰਾਧੋ, ਨਹੀਂ ਕਰਮ ਕੀਨਸ ਇਹ ਸਾਧੂ। ਕਹਿੰਦੇ ਕਿ ਸ਼ਕਤੀ ਜਤਾਉਣ ਦੇ ਵਿੱਚ ਭਾਵ ਕਿ ਇਹ ਜੋ ਕੁਝ ਵੀ ਕੀਤਾ ਹੈ, ਜੋ ਕੁਝ ਵੀ ਹੋਇਆ ਹੈ, ਸ਼ਕਤੀ ਦਿਖਾਉਣ ਦੇ ਵਿੱਚ ਕਹਿੰਦੇ ਇਹ ਅਪਰਾਧ ਹੋ ਗਿਆ। ਭਾਵ ਕਿ ਇਹ ਕਰਾਮਾਤ ਨਹੀਂ ਸੀ ਦਿਖਾਉਣੀ ਚਾਹੀਦੀ, ਇਸ ਤਰ੍ਹਾਂ ਕਾਰਜ ਨਹੀਂ ਸੀ ਦਿਖਾਉਣਾ ਚਾਹੀਦਾ ਕਿ ਇਹ ਕੋਈ ਸਾਧੂਆਂ ਵਾਲਾ ਕੰਮ ਨਹੀਂ ਹੈ, ਇਹ ਕੋਈ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਸੇਵਕਾਂ ਦਾ ਕੰਮ ਨਹੀਂ ਹੈ। ਭਏ ਦੀਨ ਮਨ ਮੋਹਿਨ ਤਾਤ, ਪਰ ਪੁਨ ਮਨ ਸੁਖ ਹੋਇਓ ਪਛੁਤਾਪ। ਹੁਣ ਕਵੀ ਜੀ ਕਹਿ ਰਹੇ ਨੇ ਭਏ ਦੀਨ ਮਨ ਮੋਹਿਨ ਤਾਤ, ਭਾਵ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਦੇ ਵਿੱਚ ਨਿਮਰ ਹੋ ਗਏ, ਮਨ ਦੇ ਵਿੱਚ ਨਿਮਰਤਾ ਧਾਰ ਲਈ ਹੈ। ਪੁਨ ਸਨਮੁਖ ਹੋਇਓ ਪਛਤਾਪ, ਕਹਿੰਦੇ ਨੇ ਕਿ ਹੁਣ ਮਨ ਦੇ ਵਿੱਚ ਹਜ਼ੂਰ ਦੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ ਪ੍ਰਤੀ ਸਨਮੁਖ ਹੋ ਕਰਕੇ ਕਹਿੰਦੇ ਕਿ ਆਪਣੀ ਕੀਤੇ ਹੋਏ ਦੀ ਗਲਤੀ ਦਾ ਪਾਤਸ਼ਾਹ ਜੀ ਪਾਸੋਂ ਇਉਂ ਮੁਆਫੀ ਮੰਗ ਲੈਣੀ ਚਾਹੀਦੀ ਹੈ। ਭਾਵ ਕਿ ਉਹਨਾਂ ਪਾਸੋਂ ਹਜ਼ੂਰ ਜੀ ਨੂੰ ਇਹ ਬਚਨ ਕਹਿ ਦੇਣੇ ਚਾਹੀਦੇ ਨੇ, ਹੋਏ ਉਤਾਵਲ ਮੁਖ ਦਿਸ ਫੇਰ, ਨਿਜ ਅਪਰਾਧ ਸੁ ਬੂਝਿਓ ਹੇਰ। ਕਹਿੰਦੇ ਫਿਰ ਵੀ ਉਤਾਵਲ ਨੇ, ਫਿਰ ਵੀ ਇਹ ਚਾਹੁੰਦੇ ਨੇ ਕਿ ਗੁਰੂ ਪਾਤਸ਼ਾਹ ਜੀ ਸਾਡੇ ਵੱਲ ਤੱਕਣ। ਨਿਜ ਅਪਰਾਧ ਸੋ ਬੂਝਿਓ ਹੇਰ, ਕਿ ਜੇ ਅਪਰਾਧ ਮੇਰੇ ਕੋ ਹੋਇਆ ਹੈ, ਆਪਣਾ ਅਪਰਾਧ ਭਾਵ ਕਿ ਜੋ ਕਾਰਜ ਮੇਰੇ ਕੋ ਹੋਇਆ ਮੈਂ ਸਮਝਦਾ ਏ। ਪਉ ਪ੍ਰਭ ਗੁਰ ਅਬ ਸ਼ਿਮਾ ਕਰੀਜੈ, ਸ਼ੁਭ ਉਪਦੇਸ਼ ਮੋਹੇ ਕਉ ਦੀਜੈ। ਹੁਣ ਬਾਬਾ ਅਮਰਦਾਸ ਜੀ ਕਹਿ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ, ਮੇਰੇ ਪਾਸੋਂ ਇਹ ਗਲਤੀ ਹੋ ਗਈ ਹੈ, ਮੇਰੇ ਪਾਸੋਂ ਇਹ ਇਉਂ ਕਹਿ ਲਓ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਾਦਰ ਦੀ ਕੁਦਰਤ ਦੇ ਅਨੁਸਾਰ ਨਹੀਂ ਚੱਲਿਆ ਗਿਆ, ਜਾਂ ਇਉਂ ਕਹਿ ਲਓ
ਕਿ ਇਹ ਕਰਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਪਾਸੋਂ ਪੁੱਛ ਲੈਂਦਾ, ਹੇ ਪ੍ਰਭੂ ਸਤਿਗੁਰੂ ਜੀਓ, ਕਿ ਮੈਨੂੰ ਹੁਣ ਕੋਈ ਆਪਣੇ ਉਪਦੇਸ਼ ਦੇ ਦੁਆਰਾ ਆਪਣੇ ਮੁਖਾਰ ਬਿੰਦ ਵਿੱਚੋਂ ਕੋਈ ਬਚਨ ਜਿਹੜਾ ਹੈ ਉਹ ਮੈਨੂੰ ਕਹਿਣਾ ਕਰੋ। ਭੂਲੇ ਕੋ ਤੁਮ ਬਖਸ਼ਣਹਾਰ, ਨਮੋ ਨਮੋ ਗੁਰ ਗਿਆਨ ਉਦਾਰ। ਤੁਸੀਂ ਤੇ ਭੁੱਲੇ ਹੋਏ, ਭਟਕੇ ਹੋਏ, ਕੁਰਾਹੇ ਪਏ ਹੋਇਆਂ ਨੂੰ ਤੇ ਰਸਤੇ ਦੇ ਵਿੱਚ ਪਾਉਣ ਵਾਲੇ ਹੋ, ਰਸਤੇ ਸਹੀ ਦਿਸ਼ਾ ਵੱਲ ਚਲਾਉਣ ਵਾਲੇ ਹੋ। ਇਸ ਕਰਕੇ ਇਹ ਗਿਆਨ ਦੇ ਭੰਡਾਰ ਸਤਿਗੁਰੂ ਜੀਓ, ਮੈਂ ਤੁਹਾਨੂੰ ਨਮੋ ਨਮੋ ਗੁਰ ਗਿਆਨ ਉਧਾਰ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਹੇ ਗਿਆਨ ਦੇ ਦਾਤੇ, ਆਪ ਜੀ ਨੂੰ ਮੈਂ ਨਮਸਕਾਰ ਕਰਦਾ ਹਾਂ। ਸ਼੍ਰੀ ਗੁਰ ਅੰਗਦ ਤਬਹਿ ਬਖਾਨਾ, ਹਮ ਪੀਛੇ ਕਿਆ ਕਿਰਤ ਤੈ ਠਾਨਾ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਬਚਨ ਕਰ ਰਹੇ ਨੇ। ਕਹਿੰਦੇ ਬਾਬਾ ਅਮਰਦਾਸ ਜੀ ਨੂੰ ਕਹਿ ਰਹੇ ਨੇ ਕਿ ਹਮ ਪੀਛੇ ਕਿਆ ਕਿਰਤ ਤੈ ਠਾਨਾ, ਕਿ ਜਿਸ ਟਾਈਮ ਦੇ ਉੱਤੇ ਅਸੀਂ ਨਗਰ ਨੂੰ ਛੱਡ ਕੇ ਇਸ ਜਗ੍ਹਾ ਤੇ ਆ ਗਏ, ਸਾਡੇ ਪਿੱਛੋਂ ਤੁਸੀਂ ਇਹ ਕਿਸ ਤਰ੍ਹਾਂ ਦਾ ਕਾਰਜ ਕਰ ਦਿੱਤਾ, ਕਿਸ ਤਰ੍ਹਾਂ ਦਾ ਇਹ ਕੰਮ ਕਰਨਾ ਕੀਤਾ ਹੈ। ਘਨ ਬਰਖਾਏ ਤਪਾ ਮਰਾਇਓ, ਆਪਨ ਆਪ ਕੋ ਮਹਿਤ ਜਨਾਇਓ। ਕਹਿੰਦੇ ਸਭ ਤੋਂ ਪਹਿਲਾਂ ਇਹ ਤੁਸੀਂ ਕਾਰਜ ਕੀਤਾ ਕਿ ਬਰਖਾ ਪਵਾਈ ਹੈ, ਮੀਂਹ ਪਵਾਇਆ। ਉਸ ਤੋਂ ਬਾਅਦ ਤਪਾ ਮਰਾਇਓ, ਕਹਿੰਦੇ ਪਿੰਡ ਵਾਲਿਆਂ ਨੇ ਉਹਨੂੰ ਧੂ ਕੇ ਭਾਵ ਕੇ ਉਹਦੇ ਨਾਲ ਕਿੱਡਾ ਮਾੜਾ ਹਸ਼ਰ ਕੀਤਾ, ਉਹਦੀ ਮੌਤ ਹੋ ਗਈ। ਆਪਨ ਕੋ ਮਹਿਦਨ ਜਨਾਇਓ, ਕਿ ਤੁਸੀਂ ਆਪਣੇ ਆਪ ਨੂੰ ਮਹਾਨ ਗਿਣਦੇ ਹੋ ਇਹ ਕਾਰਜ ਕਰਵਾ ਕੇ। ਅੱਜ ਵੀ ਵੇਖਿਆ ਜਾਵੇ, ਕਿਸੇ ਦਾ ਕੋਈ ਕਾਰਜ ਹੋ ਰਿਹਾ ਹੋਵੇ ਤਾਂ ਉਹਦੇ ਵਿੱਚ ਦੂਜੇ ਨੇ ਆ ਕੇ ਸਲਾਹ ਦੇਣੀ ਜ਼ਰੂਰ ਹੈ। ਇਉਂ ਕਹਿ ਲਓ ਕਿ ਉਹਦੇ ਕੋਲ ਰਿਹਾ ਨਹੀਂ ਜਾਂਦਾ ਕਿ ਜੇ ਇਹਦਾ ਕੋਈ ਕਾਰਜ ਹੋ ਰਿਹਾ ਹੈ, ਜੇ ਕੰਮ ਹੋ ਰਿਹਾ ਹੈ ਤੇ ਹੋ ਜਾਵੇ ਇਹਦੇ ਨਾਲ ਉਹਦਾ ਭਲਾ ਏ, ਭਾਈ ਤੈਨੂੰ ਕੀ ਲੱਗੇ। ਪਰ ਨਹੀਂ, ਆਪਣੇ ਆਪ ਨੂੰ ਇਉਂ ਜਤਾਉਣਾ ਹੈ ਕਿ ਇਹਦੇ ਨਾਲੋਂ ਚੰਗਾ ਏ, ਤੂੰ ਜਿਹਨੂੰ ਪੁੱਛ ਰਿਹਾ ਏ, ਜਿਹਦੇ ਕੋਲ ਕਰਵਾ ਰਿਹਾ ਏ, ਤੂੰ ਮੇਰੀ ਸਲਾਹ ਕਿਉਂ ਨਹੀਂ ਲਈ ਇਹ ਕਾਰਜ ਕਰਨ ਤੋਂ ਪਹਿਲਾਂ। ਭਾਈ ਹਰੇਕ ਦੀ ਸੋਚ, ਹਰੇਕ ਦਾ ਆਪੋ ਆਪਣਾ ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਕੋਈ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕੋਈ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਇੱਥੋਂ ਤੱਕ ਆਪਣੇ ਸੇਵਕ ਨੂੰ, ਸਿੱਖ ਨੂੰ ਕਿਹਾ, ਭਾਈ ਗੁਰੂ ਦੇ ਆਸ਼ੇ ਦੇ ਮੁਤਾਬਕ ਤੂੰ ਆਪਣੀ ਜ਼ਿੰਦਗੀ ਨੂੰ ਬਤੀਤ ਕਰ। ਕਿਸੇ ਨੂੰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਲੋੜ ਹੀ ਨਹੀਂ ਹੈ ਦਖਲ ਅੰਦਾਜ਼ੀ ਕਰਨ ਦੀ, ਕਿਉਂਕਿ ਜ਼ਿੰਦਗੀ ਜਿਉਣ ਦਾ ਹਰੇਕ ਦਾ ਸਿਸਟਮ ਅਲੱਗ ਹੈ। ਤੁਹਾਡਾ ਅਲੱਗ ਹੈ, ਹੋਰ ਜਿੰਨੇ ਵੀ ਹੈ ਉਹਨਾਂ ਦਾ ਸਾਰਿਆਂ ਦਾ ਅਲੱਗ ਹੈ। ਹਰੇਕ ਦਾ ਆਪੋ ਆਪਣਾ ਸਿਸਟਮ ਹੈ। ਇਸ ਕਰਕੇ ਕਹਿ ਰਹੇ ਨੇ ਕਿ ਆਪਨ ਆਪ ਕੋ ਮਹਿਤ ਜਨਾਇਓ, ਕਿ ਤੁਸੀਂ ਆਪਣੇ ਆਪ ਨੂੰ ਬਹੁਤ ਮਹਾਨ ਮੰਨਦੇ ਹੋ, ਬਹੁਤ ਮਹਾਨ ਜਣਾਇਆ ਹੈ। ਸਤਿਗੁਰ ਕੋ ਘਰ ਹੈ ਨਿਤ ਨੀਵਾ, ਹੋਨ ਹੰਕਾਰ ਥਾਵ ਨਹਿ ਥੀਵਾ। ਸਤਿਗੁਰੂ ਜੀ ਕਹਿੰਦੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਘਰ ਹੈ ਨਾ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਇਹ ਸਿੱਖਿਆ ਹੈ, ਕਹਿੰਦੇ ਕਿ ਇੱਥੇ ਆਪਣੇ ਆਪ ਨੂੰ ਨੀਵਾਂ ਕਰਕੇ, ਆਪਣੇ ਹੰਕਾਰ ਨੂੰ ਮਾਰ ਕਰਕੇ ਫਿਰ ਆਉਣਾ ਪੈਂਦਾ ਹੈ ਭਾਈ। ਇਸ ਕਰਕੇ ਕਹਿੰਦੇ ਹੋਣ ਹੰਕਾਰ ਥਾਮ ਨਹੀਂ ਥੀਵਾਂ, ਜਿਹਦੇ ਵਿੱਚ ਰੰਚਕ ਮਾਤਰ ਵੀ ਹੰਕਾਰ ਆ ਜਾਵੇ, ਆਪਣੇ ਆਪ ਨੂੰ ਉੱਚਾ ਗਣਾਉਣ ਲੱਗ ਪਵੇ, ਕਹਿੰਦੇ ਉਹਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਦੇ ਇਸ ਸਿਧਾਂਤ ਦੇ ਵਿੱਚ ਭਾਵ ਕਿ ਇਸ ਚਲਾਏ ਹੋਏ ਨਿਰਮਲ ਪੰਥ ਦੇ ਵਿੱਚ ਕਹਿੰਦੇ ਉਹਨੂੰ ਕੋਈ ਥਾਂ ਨਹੀਂ ਹੈ। ਪਾਪੀ ਤਪਾ ਕੁਕਰਮ ਕਰੰਤਾ, ਅੰਤ ਸਮੇਂ ਦੁਖ ਨਰਕ ਰਹੰਤਾ। ਕਹਿੰਦੇ ਪਾਪੀ ਨੇ ਤੇ ਕੁਕਰਮ ਕੀਤਾ ਹੀ ਸੀ, ਤਪੇ ਨੇ ਕੁਕਰਮ ਕੀਤਾ ਹੀ ਸੀ। ਅੰਤ ਸਮੇਂ ਦੇ ਵਿੱਚ ਉਹਨੂੰ ਰੱਬੀ ਹੁਕਮ ਦੇ ਮੁਤਾਬਕ, ਰੱਬੀ ਕਾਨੂੰਨ ਦੇ ਮੁਤਾਬਕ ਆਪੇ ਹੀ ਉਹਦਾ ਫਲ ਮਿਲ ਜਾਣਾ ਸੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਉਹਨੂੰ ਆਪੇ ਹੀ ਉਹਦਾ ਕੀਤੇ ਦੀ ਸਜ਼ਾ ਦੇ ਦੇਣੀ ਸੀ। ਫਲ ਦਾਤਾ ਈਸ਼ਵਰ ਸਭ ਕਾਹੂ, ਜੀਵ ਅਬਲ ਕਿਸ ਗਿਣਤੀ ਨਾਹੂ। ਕਹਿੰਦੇ ਉਹ ਈਸ਼ਵਰ ਪਰਮਾਤਮਾ ਅਕਾਲ ਪੁਰਖ ਸਭ ਕਾਹੂ, ਸਭ ਹਿਰਦੇ ਦੀਆਂ ਜਾਣਨ ਵਾਲਾ ਹੈ। ਇਸ ਕਰਕੇ ਜੀਵ ਅਬਲ ਕਿਸ ਗਿਣਤੀ ਮਾਹੂ, ਕਿ ਇਹ ਬਲਹੀਣ ਜੀਵ
ਜੋ ਆਪਣੇ ਆਪ ਨੂੰ ਬਹੁਤ ਤਾਕਤਵਰ ਸਮਝਦਾ ਸੀ, ਜੋ ਆਪਣੇ ਆਪ ਨੂੰ ਬਹੁਤ ਗਿਆਨਵਾਨ, ਬਹੁਤ ਮਹਾਨ ਸਮਝਦਾ ਸੀ, ਇਸ ਦੀ ਅਕਾਲ ਪੁਰਖ ਪਰਮਾਤਮਾ ਦੇ ਸਾਹਮਣੇ ਹੈਸੀਅਤ ਹੀ ਕੀ ਸੀ, ਗਿਣਤੀ ਕੀ ਸੀ। ਕਾਰਣ ਕਰਨ ਏਕ ਜਗਨਾਥਾ, ਕਰਤ ਕਰਾਵਨ ਸੋ ਸਭ ਸਾਥਾ। ਕਹਿੰਦੇ ਕਰਨ ਕਰਾਉਣ ਵਾਲਾ ਤੇ ਉਹ ਇੱਕ ਅਕਾਲ ਪੁਰਖ ਪਰਮਾਤਮਾ ਹੈ, ਵਾਹਿਗੁਰੂ ਹੈ, ਜਗਤ ਦਾ ਮਾਲਕ ਹੈ। ਇਸ ਕਰਕੇ ਭਾਈ ਉਸ ਅਕਾਲ ਪੁਰਖ ਪਰਮਾਤਮਾ ਜੀ ਦੇ ਹੱਥ ਵਿੱਚ ਹੈ, ਉਹਨੇ ਕਰਮਾਂ ਦੇ ਅਨੁਸਾਰ ਇਹਨੂੰ ਫਲ ਦੇ ਦੇਣਾ ਸੀ। ਜਿਸ ਤਰ੍ਹਾਂ ਦੇ ਇਹਨੇ ਕਰਮ ਕੀਤੇ ਸਨ, ਜਿਸ ਤਰ੍ਹਾਂ ਦੇ ਮਨ ਦੇ ਵਿੱਚ ਇਹਨੇ ਈਰਖਾ ਰੱਖੀ ਸੀ, ਉਸੇ ਤਰ੍ਹਾਂ ਦਾ ਫਲ ਇਹਨੂੰ ਪ੍ਰਾਪਤ ਹੋ ਜਾਣਾ ਸੀ। ਜੋ ਤੁਸੀਂ ਕਾਰਜ ਕੀਤਾ ਉਹ ਸਹੀ ਨਹੀਂ। ਆਓ ਸਮੇਂ ਦੀ ਸਮਾਪਤੀ ਹੈ, ਕੱਲ ਦੇ ਦੀਵਾਨਾਂ ਵਿੱਚ ਇਸ ਤੋਂ ਅਗਲੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਦੇ ਸਿਰ ਉੱਤੇ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣ ਦੀ ਵਿਚਾਰ ਕਰਦੇ ਆ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।